बीमार है, बीमार साल हो गया, बीमार पड़ा सानू भी रोना आंदा असि कितों करिए काम किन्ना कसी करिए किन्ना कहो करे साडी भैन मेरे रोन लग जाती। बीमार भी हो? ਸਤਿ ਸ਼੍ਰੀ ਅਕਾਲ। ਆਨੀਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਇਹ ਜੋ ਤਸਵੀਰਾਂ ਤੁਸੀਂ ਦੇਖੀਆਂ ਨੇ ਇਹ ਤਿੰਨ ਔਰਤਾਂ ਦਾ ਇੱਕ ਘਰ ਹੈ ਮਲੇਰਕੋਟਲਾ ਸ਼ਹਿਰ ਦੇ ਦਿੱਲੀ ਗੇਟ ਦਾ ਇੱਕ ਛੋਟਾ ਜਿਹਾ ਇਲਾਕਾ ਜਿਹਦੇ ਵਿੱਚ ਇੱਕ ਟੁੱਟਿਆ ਫੁੱਟਿਆ ਹੋਇਆ ਘਰ ਹੈ ਜਿਹਦੇ ਦਰਵਾਜ਼ੇ ਠੀਕ ਤਰ੍ਹਾਂ ਨਹੀਂ ਜੁੜੇ ਹੋਏ। ਛੱਤ ਦੇ ਉੱਤੋਂ ਮਿੱਟੀ ਡਿੱਗਦੀ ਆ, ਕੀੜੀਆਂ ਡਿੱਗਦੀਆਂ ਨੇ ਤੇ ਨੀਚੇ ਤਿੰਨ ਔਰਤਾਂ ਦਾ ਪਰਿਵਾਰ ਰਹਿੰਦਾ ਹੈ। ਸੀਤਾ ਦੇਵੀ ਨਾਮ ਦੀ ਔਰਤ ਜਿਹੜੀ ਇਸ ਪਰਿਵਾਰ ਦੀ ਮੁਖੀ ਹੈ ਔਰ ਉਸ ਤੋਂ ਬਿਨਾਂ ਦੋ ਬੇਟੀਆਂ ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਦੇਖਣ ਦੇ ਲਈ ਆਪਣੇ ਮਾਂ-ਬਾਪ ਦੀ ਜ਼ਿੰਮੇਵਾਰੀ ਸੰਭਾਲਣ ਦੇ ਲਈ ਪੂਰੀ ਜ਼ਿੰਦਗੀ ਵਿਆਹ ਨਹੀਂ ਕਰਾਇਆ। ਇਸ ਵੇਲੇ ਇਸ ਘਰ ਦਾ ਮੁਖੀ ਘਰ ਦੇ ਵਿੱਚ ਨਹੀਂ ਆ। ਤਕਰੀਬਨ 10 ਸਾਲ ਪਹਿਲਾਂ ਇਸ ਘਰ ਦੇ ਮੁਖੀ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਬਾਕੀ ਬਚਦਾ ਪਰਿਵਾਰ ਇੱਕ ਔਰਤ ਤੇ ਉਸ ਦੀਆਂ ਦੋ ਬੇਟੀਆਂ। ਹਾਲਾਂਕਿ ਦੱਸਿਆ ਜਾਂਦਾ ਹੈ ਕਿ 4 ਬੇਟੀਆਂ ਹੋਰ ਨੇ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਪਰ ਇਸ ਵੇਲੇ ਹਾਲਾਤ ਇਹੋ ਜਿਹੇ ਘਰ ਦੇ ਬਣੇ ਹੋਏ ਨੇ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਮਸ਼ਰੂਫ ਨੇ ਤੇ ਇਹਨਾਂ ਦੀ ਸਾਰ ਲੈਣ ਦੇ ਲਈ ਬੇਟੀਆਂ ਸਮੇਤ ਰਿਸ਼ਤੇਦਾਰੀ ਦੇ ਵਿੱਚੋਂ ਕੋਈ ਵੀ ਜਿਹੜਾ ਇਸ ਘਰ ਦੇ ਵਿੱਚ ਨਹੀਂ ਆਉਂਦਾ। ਔਰਤ ਬੇਹੱਦ ਬਿਮਾਰ ਹੈ। ਪਹਿਲਾਂ ਇਹ ਔਰਤ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਨੂੰ ਪਾਲਦੀ ਰਹੀ ਤੇ ਫਿਰ ਇੱਕ ਸਮਾਂ ਇਹੋ ਜਿਹਾ ਆਉਂਦਾ ਹੈ ਕਿ ਕੋਈ ਬਿਮਾਰੀ ਲੱਗਦੀ ਹੈ ਤੇ ਉਸ ਤੋਂ ਬਾਅਦ ਇਹ ਔਰਤ ਮੰਜੇ ਦੇ ਉੱਤੇ ਬੈਠ ਜਾਂਦੀ ਆ। ਜਿਹੜੀਆਂ ਦੋ ਧੀਆਂ ਇਸ ਔਰਤ ਨੂੰ ਸਾਂਭਦੀਆਂ ਨੇ ਉਹਦੇ ਵਿੱਚੋਂ ਵੀ ਇੱਕ ਧੀ ਦੇਖ ਨਹੀਂ ਸਕਦੀ ਔਰ ਜਦੋਂ ਨਜ਼ਰ ਜਾਂਦੀ ਹੈ ਉਸ ਵੇਲੇ ਇਲਾਜ ਕਰਵਾਉਣ ਦੇ ਲਈ ਪੈਸਾ ਨਹੀਂ ਸੀ ਇਸ ਪਰਿਵਾਰ ਦੇ ਕੋਲੇ ਤੇ ਹੁਣ ਉਹ ਪੂਰੇ ਤਰੀਕੇ ਦੇ ਨਾਲ ਅੱਖਾਂ ਤੋਂ ਜਿਹੜਿਆ ਸੁਜਾਖੀ ਹੋ ਚੁੱਕੀ ਹੈ ਤੇ ਹੁਣ ਉਹ ਦੇਖ ਨਹੀਂ ਸਕਦੀ। ਪਰ ਫਿਰ ਵੀ ਉਸ ਧੀ ਦਾ ਕਹਿਣਾ ਹੈ ਕਿ ਅਸੀਂ ਵਿਆਹ ਇਸ ਲਈ ਨਹੀਂ ਕਰਵਾਇਆ ਕਿਉਂਕਿ ਸਾਡੇ ਘਰ ਦੇ ਵਿੱਚ ਸਾਡੀ ਮਾਂ ਨੂੰ ਦੇਖਣ ਵਾਲਾ ਕੋਈ ਨਹੀਂ ਸੀ। ਉਹਨਾਂ ਨੇ ਕਿਹਾ ਕਿ ਮੈਂ ਹੋਰ ਕੁਝ ਨਹੀਂ ਕਰ ਸਕਦੀ, ਇਲਾਜ ਦੇ ਲਈ ਪੈਸਾ ਨਹੀਂ ਆ ਤੇ ਇਸ ਲਈ ਹੋਰ ਕਿਸੇ ਵੀ ਜ਼ਿੰਮੇਵਾਰੀ ਦੇ ਵਿੱਚ ਹੱਥ ਨਹੀਂ ਵਟਾ ਸਕਦੀ, ਪਰ ਮੈਂ ਆਪਣੀ ਮਾਂ ਨੂੰ ਸਾਂਭਣ ਦੀ ਕੋਸ਼ਿਸ਼ ਕਰਦੀ ਹਾਂ, ਉਹਦੇ ਹੱਥ ਪੈਰ ਦੱਬਦੀ ਹਾਂ, ਉਹਦੀ ਜਿੰਨੀ ਸੇਵਾ ਹੋ ਸਕਦੀ ਕਰਦੀ ਹਾਂ। ਤੇ ਇਸ ਵੇਲੇ ਇਸ ਪੂਰੇ ਘਰ ਦੀ ਜ਼ਿੰਮੇਵਾਰੀ ਜੋ ਕੁਝ ਇੱਕ ਪਲ ਦੇ ਲਈ ਕੁਝ ਖਾਣ ਨੂੰ ਨਸੀਬ ਹੁੰਦਾ ਹੈ ਤੇ ਉਹ ਇਸ ਪਰਿਵਾਰ ਦੀ ਦੂਜੀ ਧੀ ਕਮਲੇਸ਼ ਦੀ ਵਜ੍ਹਾ ਕਰਕੇ ਖਾਣ ਪੀਣ ਨੂੰ ਪਰਿਵਾਰ ਨੂੰ ਨਸੀਬ ਹੁੰਦਾ ਹੈ। ਕਮਲੇਸ਼ ਦੇ ਹਾਲਾਤ ਵੀ ਕੁਝ ਜ਼ਿਆਦਾ ਚੰਗੇ ਨਹੀਂ ਆ। ਮਾਂ ਔਰ ਭੈਣ ਦੀ ਜ਼ਿੰਮੇਵਾਰੀ ਉਹਦੇ ਸਿਰ ਦੇ ਉੱਤੇ ਆ। ਲੋਕਾਂ ਦੇ ਕੱਪੜੇ ਸਿਉਂ ਕੇ ਜਿਹੜਾ ਉਹ ਇਸ ਘਰ ਦਾ ਗੁਜ਼ਾਰਾ ਤੋਰਨ ਦੀ ਕੋਸ਼ਿਸ਼ ਕਰਦੀ ਆ ਪਰ ਹਾਲਾਤ ਇਹ ਹੈ ਕਿ ਘਰ ਦੀ ਹਾਲਤ ਇਹੋ ਜਿਹੀ ਆ ਕਿ ਕੋਈ ਚੰਗਾ ਕੱਪੜਾ ਵੀ ਸਿਉਣ ਨੂੰ ਲੋਕ ਦੇ ਕੇ ਨਹੀਂ ਜਾਂਦੇ। ਲੋਕਾਂ ਦੇ ਉਧੜੇ ਹੋਏ ਕੱਪੜੇ ਪੁਰਾਣੇ ਕੱਪੜੇ ਸਿਉਂ ਕੇ ਜਿਹੜੇ ਆ ਇਸ ਘਰ ਦਾ ਗੁਜ਼ਾਰਾ ਕਰਨ ਦੀ ਕਮਲੇਸ਼ ਕੋਸ਼ਿਸ਼ ਕਰਦੀ ਆ। ਇਹਨਾਂ ਤਿੰਨੋਂ ਮਾਵਾਂ ਧੀਆਂ ਦਾ ਵਿਰਲਾਪ ਇਹਨਾਂ ਦਾ ਦੁੱਖ ਦਰਦ ਸੁਣਦੇ ਆ ਤੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਅਜੇ ਵੀ 21ਵੀਂ ਸਦੀ ਦੇ ਵਿੱਚ ਸੰਸਕਾਰਾਂ ਦੀਆਂ ਬੱਝੀਆਂ ਹੋਈਆਂ ਸਨ ਪਰ ਧੀਆਂ ਅਜੇ ਵੀ ਆਪਣੇ ਮਾਪਿਆਂ ਦੀ ਸਾਰ ਲੈਣ ਦੇ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇ ਲਈ ਤਿਆਰ ਰਹਿੰਦੀਆਂ ਨੇ। लड़कियां जी मेरे को थे, मैं ब्याह देख में मर गई, मैं मर गई है बाकी मैं ब्याह गया थे। मेरे को मुंडा नहीं है, मेरे को मुंडा नहीं है। कोई सीता देवी क्या दिता है, कोई सीता क्या दिता ਦੁੱਖ ਤਾਂ ਹੁੰਦਾ ਫਿਰ मुंडा को नहीं मेरे को, आदमी को नहीं मेरे को। ਦੁੱਖ ਤਾਂ ਪੂਰਾ ਹੁੰਦਾ ਉਹ ਦੇਖ ਕੇ। ਹਾਂਜੀ ਧੀਆਂ ਵੀ ਘਰੇ ਬੈਠੀਆਂ। ਹਾਂਜੀ ਧੀਆਂ ਘਰੇ ਬੈਠ बीमार है, बीमार साल हो गया, बीमार पड़ा ਕੋਈ ਰਿਸ਼ਤੇਦਾਰ ਨਹੀਂ ਮਾਤਾ, ਕੋਈ ਰਿਸ਼ਤੇਦਾਰ ਮਦਦ ਕਰਨੀ ਆਇਆ? ਨਹੀਂ ਕੋਈ ਨਹੀਂ ਬੰਦ ਕੌਣ ਕਰਦਾ क्यों नाम लिया दिया तुम पता ही है। अगला है कोई अपना अपना सोचे, कोई नहीं मदद करना। रो लग जाने साथ मेरे रो लग जाने। ਬਿਮਾਰ ਵੀ ਹੋ? ਬਿਮਲਾ ਜੀ। ਬਿਮਲਾ ਹਾਂਜੀ ਕਿੰਨੀ ਉਮਰ ਹੈ ਜੀ? ਕਿ 45 ਸਾਲ ਦੀ। 45 ਸਾਲ ਆ। ਸੇਵਾ ਹੀ ਕਰਦੇ ਰਹੇ ਮਾਤਾ ਦੀ? ਹਾਂਜੀ ਮੈਂ ਹੀ ਕਰਦੀ ਹਾਂ ਸੇਵਾ ਤਾਂ ਮੈਂ ਹੀ ਕਰਦੀ ਹਾਂ। ਉਹ ਘੁੱਟ ਦੱਬ ਦਿੰਦੀ ਆ ਬਸ, ਹੋਰ ਕੀ ਦੇਣਾ। ਮੈਂ ਕੁਝ ਕਰ ਨਹੀਂ ਸਕਦੀ, ਬਸ ਨੰਗਾ ਨਿਗਾਹ ਤੋਂ ਮੈਂ ਕੋਈ ਕੰਮ ਨਹੀਂ ਕਰ ਸਕਦੀ।
ਬਸ ਇਹ ਬਿਮਾਰ ਰਹਿੰਦੇ ਨੇ? ਹਾਂ ਜੀ, ਇਹ ਬਿਮਾਰ ਹੀ, ਮੈਂ ਤਾਂ ਆਪ ਬਿਮਾਰ ਰਹਿੰਦੀ ਹਾਂ। ਇਸ ਤਰ੍ਹਾਂ ਸੀ ਨਿਗਾਹ ਕਿਵੇਂ ਗਈ ਸੀ, ਕਿੰਨਾ ਟਾਈਮ ਹੋ ਗਿਆ? ਹੋ ਗਈ, ਕਾਫੀ ਦੇਰ ਹੋ ਗਈ ਸੀ। ਹੂੰ ਕੋਈ ਕਰਨ ਵਾਲਾ ਹੋਵੇ ਤਾਂ ਕੋਈ ਨਿਗਾਹ ਦਿਖਾਵੇ, ਜੇ ਕਮਾਈ ਦੀ ਹੋ ਨਿਗਾਹ ਕਿੱਥੋਂ ਦਊਗੀ? ਰੋਟੀ ਤੋਂ ਵੀ ਔਖਾ ਹੁੰਦਾ? ਹਾਂ, ਰੋਟੀ ਦਾ ਵੀ ਔਖਾ ਹੈ, ਕੀ ਕਰੀਏ। ਕੋਈ ਸਾਰ ਲੈਣ ਆਇਆ ਕਦੇ, ਕੋਈ ਰਿਸ਼ਤੇਦਾਰ, ਕੋਈ ਹੋਰ? ਬਸ ਠੀਕ ਹੀ ਨੇ, ਜੋ ਕਰ ਦਿੰਦੇ ਆ। ਰਿਸ਼ਤੇਦਾਰ ਆਇਆ ਕਦੇ? ਕੋਈ ਨਹੀਂ ਆਇਆ ਜੀ, ਕਿਹਨੇ ਆਉਣਾ ਹੈ? ਤੇ ਘਰ ਦਾ ਖਰਚ ਕਿਵੇਂ ਚੱਲਦਾ? ਉਹਦੀ ਮੇਰੀ ਭੈਣ ਹੈ, ਆਹੀ ਕਰਦੀ ਆ ਬਸ, ਹੂੰ ਇਹੀ ਕਰਦੀ ਆ ਸਾਰਾ ਕੁਝ। ਥੋੜਾ ਮੋਟਾ ਕਿਸੇ ਦਾ ਆ ਗਿਆ ਵੀ ਠੀਕ ਕਰਨਾ ਜਾਂ ਕਰਨਾ, ਕਿਨੇ 10 ਦੇ ਤੇ ਕਿਨੇ 20 ਦੇ ਤੇ, ਆਇਆ ਵੀ ਇਹੀ ਹੈ ਬਸ, ਹੋਰ ਕੋਈ ਨਹੀਂ। ਰੋਟੀ ਪਾਣੀ ਚਲੀ ਜਾਂਦਾ? ਰੋਟੀ ਪਾਣੀ ਚਲੀ ਜਾਂਦਾ ਬਸ। ਵਿਆਹ ਉਹਨਾਂ ਵੀ ਕਰਾਇਆ? ਨਾ ਜੀ, ਵਿਆਹ ਕਾਹਤੇ ਕਰਾਇਆ, ਬਸ ਮਾਂ ਸਾਡੀ ਸਾਡੇ ਕੋਲੇ, ਹੂੰ ਇਹਨਾਂ ਦੀ ਸੇਵਾ ਕਰਨੀ ਹੈ ਤਾਂ ਕੀ ਕਿੱਥੋਂ ਕੀ ਕਰੀਏ। ਸਾਰੀ ਜ਼ਿੰਦਗੀ ਮਾਂ ਦੇ ਲੇਖੇ ਲਾ? ਮਾਂ ਦੇ ਲੇਖੇ ਲਾਤੇ ਜੀ। ਹੂੰ ਹਾਂ, ਕਦੇ ਅਫਸੋਸ ਨਹੀਂ ਹੁੰਦਾ ਵੀ ਸਾਡਾ ਵੀ ਘਰ ਬਸਣਾ ਸੀ, ਬੱਚੇ ਹੋਰ? ਨਾ ਕੀ ਕਰੀਏ ਹੁਣ, ਮਾਂ ਨੂੰ ਦੇਖਣਾ ਸੀ ਨਾ। ਹੂੰ ਮਾਂ ਦਾ ਫਰਜ਼ ਜ਼ਰੂਰੀ ਸੀ ਨਾ? ਹਾਂ ਜੀ, ਮਾਂ ਦਾ ਫਰਜ਼ ਨੂੰ ਆਇਆ ਸੀ ਤਾਂ। ਹੂੰ ਵਿਆਹ ਨੂੰ ਕੀ ਕਰਨਾ, ਬਸ ਮਾਂ ਦੀ ਮਾਂ ਹੀ ਹੈ ਸਾਰਾ ਕੁਛ ਸਾਡੇ ਤੋਂ। ਪਤਾ ਲੱਗਿਆ ਪੱਖਾ ਵੀ ਨਹੀਂ ਸੀ ਉਦੋਂ? ਕੁਛ ਪੱਖਾ ਨਹੀਂ, ਲੋਕਾਂ ਨੇ ਮਦਦ ਕਰੀ ਹੈ ਸਾਡੇ, ਉਹਨਾਂ ਨੇ ਪੱਖਾ ਲਵਾਇਆ, ਹੂੰ ਬਸ ਚੱਲੀ ਜਾਂਦੇ ਨੇ ਕੰਮ। ਕਿਤੇ ਇਹ ਨਹੀਂ ਹੁੰਦਾ ਵੀ ਕਿਸਮਤ ਤੇ ਵੀ ਕਿੰਨਾ ਕਿਸਮਤ ਦੁੱਖ? ਬਸ ਇਹੀ ਧੋਖਾ ਹੈ ਜੀ, ਕਿਸਮਤ ਨੂੰ ਧੋਖਾ ਦੇਗੀ, ਹੋਰ ਕੀ ਹੈ। ਹੂੰ ਨਾ ਕਰਨਾ, ਕਿੱਥੋਂ ਕਮਾਈਏ ਕਿੱਥੋਂ ਖਾਈਏ। ਮਾਤਾ ਵੀ ਰੋਂਦੀ ਰਹਿੰਦੀ ਆ? ਹਾਂ, ਮਾਤਾ ਆਪ ਰੋਂਦੀ ਰਹਿੰਦੀ, ਸਾਰਾ ਦਿਨ ਰੋਂਦੀ ਹੈ। ਹੂੰ ਸਾਨੂੰ ਵੀ ਰੋਣਾ ਆਉਂਦਾ, ਅਸੀਂ ਕਿੱਥੋਂ ਕਰੀਏ ਕੰਮ। ਕਿੰਨਾ ਕੁ ਅਸੀਂ ਕਰੀਏ, ਕਿੰਨਾ ਕੁ ਉਹ ਕਰੇ ਸਾਡੀ ਭੈਣ। ਹੂੰ ਬਹੁਤ ਵਿਆਹ ਨਹੀਂ ਕਰਾਇਆ? ਨਾ ਜੀ, ਅਸੀਂ ਨਹੀਂ ਵਿਆਹ ਕਰਾਇਆ, ਹੂੰ ਕੀ ਕਰੀਏ। ਤੇ ਮਾਂ ਨੇ ਕਿਹਾ ਹੋਊਗਾ ਵੀ ਕੋਈ ਗੱਲ ਨਹੀਂ, ਮੈਂ ਆਪਣੇ ਆਪ ਰਹਿ ਲੂੰ, ਤੁਸੀਂ ਜਾਓ? ਨਾ ਜੀ ਨਾ, ਉਹ ਅਸੀਂ ਆਪ ਹੀ ਨਹੀਂ ਕਹਿੰਦੇ, ਅਸੀਂ ਤੇਰਾ ਕੌਣ ਦੇਖੂਗਾ, ਤੈਨੂੰ ਕੌਣ ਦੇਖੂ। ਬਿਲਕੁਲ। ਕਦੇ ਕੋਈ ਦਿਨ ਇਹੋ ਜਿਹੀ ਵੀ ਆਇਆ ਜਦ ਰੋਟੀ ਨਾ ਪੱਕੀ ਵੀ ਘਰੇ ਦੁੱਖ ਪੂਰਾ? ਬਸ ਜੀ ਕੱਟ ਲੈਂਦੇ ਹਾਂ, ਇੱਕ ਰੋਟੀ ਖਾ ਲਈ ਦੋ ਖਾ ਲਈਆਂ, ਚਾਰ ਨਾਲ ਖਾ ਲਈ, ਲੱਸੀ ਨਾਲ ਖਾ ਲਈ, ਚਲੋ ਇਹੀ ਆਂਦਾ, ਹੋਰ ਕੀ। ਹੂੰ ਕਦੇ ਚਾਹ ਬਣ ਗਈ, ਕਦੇ ਨਾ ਬਣ ਗਈ, ਹੂੰ ਐਸੀ ਗੱਲ ਹੈ। ਕਦੇ ਰੱਬ ਨਾਲ ਹੀ ਨਾਰਾਜ਼ਗੀ ਜ਼ਾਹਰ ਕੀਤੀ? ਨਾ ਜੀ, ਬਸ ਉਹ ਹੂੰ ਰੱਬ ਨਾਲ ਹੀ ਉਹ ਕਰੀਦਾ ਵੀ ਰੱਬਾ ਤੂੰ ਹੀ ਦੇਣਾ ਹੈ, ਬਸ ਉਮੀਦ ਆ? ਉਮੀਦ ਆ ਵੀ ਉਹੀ, ਉਹ ਤੁਸੀਂ ਦੇਣਾ, ਤੁਸੀਂ ਪੈਦਾ ਕਰਿਆ, ਤੁਸੀਂ ਦੇਣਾ ਬਸ। ਬਿਲਕੁਲ, ਹਾਂਜੀ ਜਿਨ੍ਹਾਂ ਨੇ ਪੈਦਾ ਕੀਤਾ ਨਾ। ਹਾਂਜੀ, ਉਹਨਾਂ ਨੇ ਦੇਣਾ। ਪਰ ਆਪਣੀ ਜ਼ਿੰਦਗੀ ਨਾਲੋਂ ਬਿਹਤਰ ਮਾਂ ਦੀ ਸੇਵਾ ਸਮਝਿਆ ਤੁਸੀਂ? ਹਾਂਜੀ, ਮਾਂ ਦੀ ਸੇਵਾ ਸਮਝਿਆ ਅਸੀਂ ਤਾਂ। ਹੂੰ ਹੋਰ ਵੀ ਭੈਣਾਂ ਨੇ ਕੋਈ ਭਾਈ? ਹਾਂਜੀ, ਉਹਨਾਂ ਭਾਈ ਕੋਈ ਨਹੀਂ ਸਾਡਾ ਤਾਂ, 6 ਭੈਣਾਂ ਸਿਰਫ ਦੋ ਵਿਆਹ ਧੀਆਂ 3, ਹੂੰ ਇੱਕ ਮਰ ਗਈ, ਹੂੰ ਇੱਕ ਇਹ ਆ ਬਸ, ਅਸੀਂ 2 ਆ ਬਸ। ਹਾਂਜੀ ਬਿਜਲੀ ਦਾ ਬਿੱਲ ਵੀ ਆਉਂਦਾ? ਹਾਂਜੀ, ਆਉਂਦਾ ਜੀ। ਹੂੰ ਤੇ ਕਿਵੇਂ ਭਰਦੇ? ਬਸ ਥੋੜਾ ਬਹੁਤ ਕਿਸੇ ਨੇ ਕਿਥੋਂ ਦੇ ਤਾ, ਕਿਨੇ ਦੇ ਤੇ ਐਂ ਭਰ ਦਿੰਦੇ ਆ, ਹੂੰ ਐਂ ਹੁੰਦਾ। ਬਿੱਲ ਵੀ ਬਥੇਰਾ ਆ ਜਾਂਦਾ, ਕੀ ਕਰੀਏ, ਹੂੰ ਉਹ ਵੀ ਭਰਨਾ ਪੈਂਦਾ। ਬਹੁਤ ਦੁੱਖ ਹੈ ਸਾਡੇ ਪਰਿਵਾਰ, ਸਾਡੀ ਪਰਮਾਤਮਾ ਨੇ ਬਸ ਕਿਸਮਤ ਹੀ ਐਸੀ ਬਣਾਤੀ ਵੀ ਜੋ ਕਿ ਅਸੀਂ ਕਮਾ ਕੇ ਖਾ ਵੀ ਸਕਦੇ ਨਹੀਂ, ਪਰ ਜੋ ਅਸੀਂ ਥੋੜਾ ਬਹੁਤ ਕਰਦੇ ਹਾਂ ਉਸੇ ਖਾਂਦੇ ਹਾਂ ਬਸ। ਵਿਆਹ ਵੀ ਨਹੀਂ ਕਰਾਇਆ? ਨਾ ਜੀ, मैंने ਵਿਆਹ ਨਹੀਂ ਕਰਵਾਇਆ, ਮਾਂ ਬਾਪ ਪਿੱਛੇ ਮਾਰ ਵਿਆਹ ਨਹੀਂ ਕਰਾਇਆ। 10 ਸਾਲ ਹੋ ਗਏ ਮੇਰੇ ਪਾਪਾ ਨੂੰ ਡੈਥ ਹੋਈ ਨੂੰ, ਉਹ ਵੀ ਬਿਮਾਰ ਸੀ, ਉਹਨਾਂ ਦੀ ਵੀ ਅਸੀਂ ਸੇਵਾ ਕੀਤੀ ਹੈ। ਤੇ ਹੁਣ ਮਾਂ ਬਿਮਾਰ ਹੈ ਜੀ, 5 ਸਾਲ 6 ਸਾਲ। ਹਾਂਜੀ, ਹਸਪਤਾਲ ਵੀ ਕਦੇ ਚਲੇ ਜਾਂਦੇ ਹਾਂ ਜੀ, ਸਰਕਾਰੀ ਚੀਜ਼ ਵੈਸੇ ਵੀ ਪੈਸੇ ਜ਼ਿੰਦਗੀ ਨੂੰ ਦੇਖ ਕੇ ਕਦੇ ਗੁੱਸਾ ਨਹੀਂ ਆ ਵੀ ਕਿਹੜੇ ਹਾਲਾਤਾਂ ਵਿੱਚ ਨਿਕਲੇ? ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਜੀ, ਬਸ ਸਹਿਨ ਕਰ। ਨਹੀਂ ਜੀ, ਹਾਲੇ ਵੀ ਆਸ ਪਰਮਾਤਮਾ ਸੁਣੂਗਾ? ਹਾਂਜੀ, ਪਰਮਾਤਮਾ ਸੁਣੂਗਾ, ਉਹ ਤਾਂ ਕਰਕੇ ਨਹੀਂ ਹੈ ਜੀ, ਚਲ ਪਰਮਾਤਮਾ ਹੀ ਦੇਣ ਵਾਲਾ। ਫਿਰ ਬਿਜਲੀ ਦਾ ਬਿੱਲ ਵੀ ਆਉਂਦਾ? ਹਾਂਜੀ, ਬਿਜਲੀ ਦਾ ਬਿੱਲ ਵੀ ਆਉਂਦਾ ਹੈ। ਪੱਖੇ ਸੁਣਿਆ ਕਿਸੇ ਨੇ ਦਿੱਤੇ? ਹਾਂਜੀ, ਪੱਖੇ ਵੀ ਮੈਡਮ ਨੇ ਲਗਾ ਕੇ ਦਿੱਤੇ। ਫਿਰ ਕਿਸ ਤਰ੍ਹਾਂ, ਕਿੰਨਾ ਕੁ ਦਿਹਾੜੀ, ਕਿੰਨਾ ਸਮਾਂ ਕੰਮ ਕਰਦਾ ਮਸ਼ੀਨ ਤੇ? ਬਸ ਥੋੜੇ 2 ਘੰਟੇ 4 ਘੰਟੇ 6 ਘੰਟੇ? ਹਾਂਜੀ, 2-3 ਘੰਟੇ ਕਰ ਲੈਣੇ। ਕਿਸੇ ਦਾ ਪੁਰਾਣਾ ਆ ਗਿਆ, ਉਹ ਸਿਲਾਈ ਮਰਜ਼ੀ ਦਾ ਸਰਾਣਾ ਸੀਨ ਵਾਲਾ ਆ ਗਿਆ, ਜਿਹਦਾ ਕੁਛ ਆ ਗਿਆ, ਬਸ ਉਹ ਕਰਦੇ ਹਾਂ। ਉਹਦੇ ਤੇ ਹੀ ਘਰ ਚੱਲਦਾ? ਹਾਂਜੀ, ਬਸ ਉੱਥੇ ਹੀ ਚੱਲਦਾ। ਕਦੇ ਮਨ ਨਹੀਂ ਕੀਤਾ ਵੀ ਸਾਡਾ ਵੀ, ਮੇਰਾ ਵੀ ਪ੍ਰਭਾਵ ਹੋਵੇ, ਭੈਣ ਦਾ ਵੀ ਇਦਾਂ? ਨਹੀਂ ਜੀ, ਮਾਂ ਬਾਪ ਪਿੱਛੇ ਅਸੀਂ ਕੁਛ ਤਾਂ ਹੀ ਨਹੀਂ ਵਿਆਹ ਕਰਾਇਆ। ਕੋਈ ਸਰਕਾਰੀ ਸਹੂਲਤ ਮਿਲੀ ਹੈ ਕਦੇ? ਕੋਈ ਸਰਕਾਰੀ ਸਕੀਮ ਮਿਲੀ ਹੈ ਕਦੇ ਕੋਈ? ਨਹੀਂ, ਕੋਈ ਨਹੀਂ ਮਿਲੀ ਜੀ, ਕੋਈ ਨਹੀਂ ਮਿਲੀ। ਕੋਈ ਸਾਰ ਲਈ ਰਿਸ਼ਤੇਦਾਰ? ਨਹੀਂ ਜੀ, ਕਿਸੇ ਨੇ ਸਾਰ ਲਿੱਤੀ ਹੈਗੀ। ਸਾਡੇ ਤਾਂ ਛੱਤਾਂ ਤਾਂ ਵੀ ਸਾਡਾ ਤਾਂ ਮਿੱਟੀ ਗਿਰਦੀ ਹੈ, ਕੀੜੀਆਂ ਗਿਰਦੀਆਂ, ਦੇਖੋ ਸਾਡੀ ਚਿੱਟਾ ਖੀਸ ਵਿਛਾਇਆ ਹੈ, ਉਹਦੇ ਤੇ ਕੀੜੀਆਂ ਦਾ ਪਤਾ ਲੱਗਦਾ, ਮਿੱਟੀ ਦਾ ਪਤਾ ਚੱਲਦਾ। ਖੋਖਲਾ ਕੀਤੀਆਂ? ਖੋਖਲੀ ਕੀਤੀ ਹੋਈ ਹੈ ਜੀ, ਆਪ 6-7 ਵਾਲੇ ਸੀਗੇ, ਮਸਾਂ ਅਸੀਂ ਪਾਇਆ, ਇਹ ਵੀ ਕਿਸੇ ਤੋਂ ਕਹਿ ਕੇ ਪਵਾਇਆ ਜੀ। ਕਿਹੜੇ ਹਾਲਾਤ? ਵਿਰਲਾਪ ਸੁਣਿਆ ਤੁਸੀਂ ਧੀਆਂ ਦਾ। ਅਜੇ ਵੀ
ਉਹ ਸਮਾਂ ਮੌਜੂਦ ਹੈ, ਉਹ ਸੰਸਕਾਰ ਮੌਜੂਦ ਨੇ, ਸਾਡੀ ਵਿਰਾਸਤ ਮੌਜੂਦ ਹੈ ਕਿ ਧੀਆਂ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਨੇ ਆਪਣੇ ਪਰਿਵਾਰ ਦੇ ਲਈ। ਪੁੱਛਿਆ ਗਿਆ ਉਹਨਾਂ ਨੂੰ ਪੱਤਰਕਾਰ ਦੇ ਵੱਲੋਂ ਕਿ ਕੀ ਤੁਹਾਡਾ ਦਿਲ ਨਹੀਂ ਕਰਦਾ ਕਿ ਤੁਹਾਡਾ ਆਪਣਾ ਪਰਿਵਾਰ ਹੁੰਦਾ, ਤੁਹਾਡੀ ਜ਼ਿੰਦਗੀ ਆਪਣੀ ਖੂਬਸੂਰਤ ਹੁੰਦੀ। ਸੁਪਨਿਆਂ ਦੇ ਰਾਜਕੁਮਾਰ ਦਾ ਸੁਪਨਾ ਹਰ ਕੋਈ ਔਰਤ ਜਿਹੜੀ ਲੈਂਦੀ ਆ, ਪਰ ਉਸ ਧੀ ਦਾ ਕਹਿਣਾ ਸੀ ਕਿ ਨਹੀਂ, ਮੇਰੀ ਮਾਂ ਔਰ ਮੇਰੀ ਭੈਣ ਨੂੰ ਜ਼ਰੂਰਤ ਹੈ ਔਰ ਇਸ ਘਰ ਨੂੰ ਜ਼ਰੂਰਤ ਹੈ। ਹਾਲਾਂਕਿ ਜਦੋਂ ਇਸ ਘਰ ਦੀ ਹਾਲਤ ਦੇਖੀ ਜਾਂਦੀ ਹੈ ਤੇ ਮੁਹੱਲੇ ਦੇ ਲੋਕ ਪੁੱਛਦੇ ਨੇ ਕਿ ਤੁਹਾਨੂੰ ਡਰ ਨਹੀਂ ਲੱਗਦਾ ਕਿ ਜੇ ਇਸ ਘਰ ਦੀ ਛੱਤ ਰਾਤ ਨੂੰ ਤੁਹਾਡੇ ਉੱਤੇ ਗਿਰ ਜਾਂਦੀ ਆ ਤੇ ਕੁਝ ਵੀ ਹੋ ਸਕਦਾ। ਤੇ ਸਾਹਮਣੇ ਉਹ ਮਾਵਾਂ ਧੀਆਂ ਦਾ ਕਹਿਣਾ ਹੀ ਹੁੰਦਾ ਕਿ ਇਹੋ ਜਿਹੀ ਜ਼ਿੰਦਗੀ ਨਾਲੋਂ ਬਿਹਤਰ ਇਹੀ ਆ ਕਿ ਇਹ ਛੱਤ ਡਿੱਗ ਜਾਵੇ ਤੇ ਅਸੀਂ ਹਮੇਸ਼ਾ ਲਈ ਇਸ ਦੁਨੀਆ ਤੋਂ ਚਲੀਆਂ ਜਾਈਏ। ਸੋ ਇਸ ਵੇਲੇ ਹਾਲਾਂਕਿ ਮੁਹੱਲੇ ਦੇ ਲੋਕ ਕੋਸ਼ਿਸ਼ ਕਰਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕੀਤੀ ਜਾਵੇ, ਪਰ ਹਰ ਕਿਸੇ ਦੀਆਂ ਇਸ ਮਹਿੰਗਾਈ ਦੇ ਦੌਰ ਵਿੱਚ ਆਪਣੀਆਂ ਮਜਬੂਰੀਆਂ ਨੇ, ਆਪਣੀਆਂ ਜ਼ਿੰਮੇਵਾਰੀਆਂ ਨੇ। ਸੋ ਥੋੜੀ ਬਹੁਤ ਮਦਦ ਕਰਨ ਦੀ ਕੋਸ਼ਿਸ਼ ਕਰਦੇ ਨੇ। ਆਂਢਾ ਗੁਆਂਢ ਇਸ ਮੌਕੇ ਮੌਜੂਦ ਨੇ, ਉਹਨਾਂ ਨੇ ਵੀ ਇਹਨਾਂ ਦੇ ਹਾਲਾਤ ਦੱਸੇ ਔਰ ਦੱਸਿਆ ਕਿ ਪਰਿਵਾਰਕ ਜਿਹੜੇ ਹੋਰ ਮੈਂਬਰ ਹੈਗੇ ਆ ਉਹਨਾਂ ਦੀ ਸਾਰ ਲੈਣ ਨਹੀਂ ਆਉਂਦੇ ਆ ਜਾਂ ਨਹੀਂ ਆਉਂਦੇ। ਉਹਨਾਂ ਦੀ ਵੀ ਗੱਲਬਾਤ ਸੁਣਦੇ ਆ। ਬਹੁਤ ਟਾਈਮ ਇਹਨਾਂ ਨੇ ਔਖਾ ਕੱਢਿਆ। 6 ਭੈਣਾਂ ਸੀ, ਪਹਿਲਾਂ ਬਾਪ ਵੀ ਇਹਨਾਂ ਦਾ ਬਿਮਾਰ ਸੀ, ਉਹਨਾਂ ਦੀ ਵੀ ਸੇਵਾ ਕੀਤੀ ਹੈ। ਫਿਰ ਇੱਕ ਭੈਣ ਵਿਆਹੀ ਤੇ ਉਹ ਵੀ ਇਹਨਾਂ ਦੇ ਕੋਲ ਹੀ ਰਹਿੰਦੀ ਸੀ, ਦੁਖੀ ਸੀ ਬਹੁਤ। ਉਹਦੇ ਵੀ ਬੱਚੇ ਇਹਨਾਂ ਨੇ ਪਾਲੇ। ਪਹਿਲਾਂ ਬੀਬੀ ਕੰਮ ਕਰਦੀ ਸੀ, ਜਾਂਦੀ ਸੀ ਲੋਕਾਂ ਦੇ ਰੋਟੀ ਬਣਾਉਣ, ਵਿਆਹਾਂ ਸ਼ਾਦੀਆਂ 'ਚ ਭਾਂਡੇ ਭੁੰਡੇ ਮਾਂਜਣ। ਬਹੁਤ ਜ਼ਿਆਦਾ ਟਾਈਮ ਇਹਨਾਂ ਨੇ ਔਖਾ ਕੱਢਿਆ ਵਿਚਾਰਿਆਂ ਨੇ। ਹਲੇ ਵੀ ਕੱਢ ਰਹੇ ਨੇ? ਹਾਂਜੀ ਹਾਂ। ਇੱਕ ਕੁੜੀ ਨੂੰ ਦਿੰਦਾ ਨਹੀਂ? ਹਾਂਜੀ, ਇਹਨੂੰ ਦਿੰਦਾ ਨਹੀਂ ਵਿਚਾਰੀ ਨੂੰ। ਦੂਜੀ ਵੀ ਦੁਖੀ ਹੋਈ ਹੈ, ਉਹ ਵੀ ਵਿਧਵਾ ਹੋ। ਕੀਤਾ ਇਹਨਾਂ ਨੇ ਦੇਖੋ ਕਿੰਨਾ। ਹਾਂਜੀ, ਵਿਆਹ ਨਹੀਂ ਇਹਨਾਂ ਨੇ ਦੋਨਾਂ ਭੈਣਾਂ ਨੇ ਨਹੀਂ ਕਰਾਇਆ। 2 ਦਾ 4 ਦਾ ਕੀਤਾ ਸੀ। ਇੱਕ ਮਤਲਬ 2 ਆਪਣੇ ਠੀਕ ਨੇ, ਇੱਕ ਦੀ ਡੈਥ ਹੋ ਇੱਕ ਦੀ ਨਹੀਂ। ਕੁੜੀਆਂ ਤਾਂ ਹੈਗੀ ਹੈ, ਉਹਨਾਂ ਦੇ ਬੱਚੇ ਸੀ, ਉਹ ਬੰਦੀ ਗਈ। ਨਹੀਂ। ਕਦੇ ਨਹੀਂ ਸਾਰ ਲਈ? ਨਾ ਜੀ ਨਾ। ਤੇ ਬਾਕੀ ਮਤਲਬ ਹਾਂਜੀ ਹਾਂ, ਕਾਫੀ ਮਾੜੇ ਹੀ ਨੇ। ਮਾੜਾ ਮੋਟਾ ਇਹ ਸਿਲਾਈ ਦਾ ਕੰਮ ਕਰੀ ਜਾਂਦੇ ਨੇ, ਤੋਪਾ ਟਾਂਕਾ। ਹਾਂਜੀ ਤੇ ਔਖਾ ਤਾਂ ਜ਼ਰੂਰ ਹੁੰਦਾ ਹੋਣਾ? ਹਾਂਜੀ, ਔਖਾ ਤਾਂ ਹੁੰਦਾ ਹੀ ਆ। ਹੁਣ ਪਰਿਵਾਰ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕੀ ਔਖਾ ਨਹੀਂ ਹੈਗਾ, ਸਾਰਾ ਕੁਝ ਔਖਾ ਹੀ ਹੋ। ਬਿਲਕੁਲ। ਤੇ ਸਰਕਾਰ ਨੂੰ ਲੱਗਦਾ ਮਦਦ ਕਰਨੀ ਚਾਹੀਦੀ ਆ? ਹਾਂਜੀ, ਸਰਕਾਰ ਨੂੰ ਲੱਗਦਾ ਵੀ ਮਦਦ ਕਰਨੀ ਚਾਹੀਦੀ ਹੈ। ਮੋਬਾਈਲ ਨੰਬਰ ਤੇ ਫਿਰ ਕੀ ਕਹੋਗੇ ਸਰਕਾਰ ਨੂੰ ਜਾਂ ਲੋਕਾਂ ਨੂੰ ਮਦਦ ਕਰਨੀ ਚਾਹੀਦੀ ਇਹਨਾਂ ਦੀ? ਹਾਂਜੀ, ਮਦਦ ਕਰਨੀ ਚਾਹੀਦੀ ਹੈ। ਮਾੜੇ ਹਾਲਾਤਾਂ ਦੀ? ਹਾਂਜੀ, ਮਾੜੇ ਹਾਲਾਤਾਂ ਦੇ ਦਿਨ ਨੇ ਇਹਨਾਂ ਦੇ। ਇਸ ਪੂਰੇ ਸਮੇਂ ਦੇ ਦੌਰਾਨ ਇੱਕ ਚੀਜ਼ ਕੁਝ ਚੰਗੀ ਵਾਪਰਦੀ ਆ। ਉਸ ਕੀੜੀਆਂ ਮਿੱਟੀ ਨਾਲ ਔਰ ਟੁੱਟੇ ਫੁੱਟੇ ਹੋਏ ਘਰ ਦੇ ਵਿੱਚ ਕੁਝ ਇੱਕ ਚੀਜ਼ਾਂ ਜਿਹੜੀਆਂ ਉਹ ਸੁਖਦ ਹੁੰਦੀਆਂ ਕਮਲੇਸ਼ ਦੀ ਦੋਸਤ ਕਰਕੇ। ਮੈਡਮ ਸ਼ਕੂਰਾ ਬੇਗਮ ਬੈਡਮਿੰਟਨ ਦੇ ਕੋਚ ਨੇ ਔਰ ਕਮਲੇਸ਼ ਦੇ ਨਾਲ ਪੜ੍ਹਦੇ ਰਹੇ ਨੇ। ਉਹਨਾਂ ਨੇ ਦੱਸਿਆ ਕਿ ਇੱਕ ਦਿਨ ਕਮਲੇਸ਼ ਆਪਣੀ ਮਾਂ ਨੂੰ ਦਵਾਈ ਦਿਵਾਉਣ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਮੌਜੂਦ ਸੀ ਤੇ ਉੱਥੇ ਜਦੋਂ ਮੈਂ ਮਿਲਦੀ ਹਾਂ ਆਪਣੀ ਬਚਪਨ ਦੀ ਸਹੇਲੀ ਨੂੰ ਤਾਂ ਕਮਲੇਸ਼ ਉਹਨੂੰ ਆਪਣੇ ਘਰ ਆਉਣ ਦਾ ਸੱਦਾ ਦਿੰਦੀ ਆ। ਸ਼ਕੂਰਾ ਬੇਗਮ ਦੱਸਦੇ ਆ ਕਿ ਜਦੋਂ ਮੈਂ ਉਹਨਾਂ ਦੇ ਘਰ 'ਚ ਆਉਂਦੀ ਹਾਂ ਤੇ ਮੇਰਾ ਦਿਲ ਜਿਹੜਾ ਕੰਬਣਾ ਸ਼ੁਰੂ ਹੋ ਜਾਂਦਾ ਹੈ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਕਮਲੇਸ਼ ਰਹਿ ਰਹੀ ਆ, ਜਿਹੜੀ ਕਮਲੇਸ਼ ਪੜ੍ਹਾਈ ਦੇ ਵਿੱਚ ਬੇਹੱਦ ਜ਼ਹੀਨ ਸੀ, ਬਹੁਤ ਚੰਗੇ ਨੰਬਰਾਂ ਦੇ ਵਿੱਚ ਪਾਸ ਹੁੰਦੀ ਸੀ। NCC ਦੇ ਤੌਰ ਤੇ ਕੈਡਿਟ ਦੇ ਵਜੋਂ ਟ੍ਰੇਨਿੰਗ ਲਈ ਹੋਈ ਸੀ ਉਹਨੇ, ਪਰ ਬਾਅਦ ਦੇ ਵਿੱਚ ਕਿਹੋ ਜਿਹੀਆਂ ਜ਼ਿੰਮੇਵਾਰੀਆਂ ਦੇ ਵਿੱਚ ਫਸਦੀ ਆ, ਘਰ ਦੀ ਕਬੀਲਦਾਰੀ ਦੇ ਵਿੱਚ ਪਿਸਦੀ ਜਾਂਦੀ ਆ ਕਿ ਅੱਜ ਮੈਂ ਆਪਣੇ ਬਚਪਨ ਦੀ ਦੋਸਤ ਨੂੰ ਇਸ ਹਾਲਤ ਦੇ ਵਿੱਚ ਮਿਲੀ। ਉਹਨਾਂ ਨੇ ਕਿਹਾ ਕਿ ਜਦੋਂ ਮੈਂ ਇਸ ਘਰ ਦੇ ਵਿੱਚ ਆਉਣੀ ਆ ਤੇ ਆ ਕੇ ਇਸ ਘਰ ਦੇ ਹਾਲਾਤ ਦੇਖਦੀ ਆ ਤੇ ਦੇਖਿਆ ਹੈ ਕਿ ਅੱਤ ਦੀ ਗਰਮੀ ਦੇ ਵਿੱਚ ਇਸ ਹੱਦ ਤੱਕ ਖਰਾਬ ਘਰ ਦੇ ਵਿੱਚ ਇਹ ਮਾਵਾਂ ਧੀਆਂ ਬਿਨਾਂ ਪੱਖੇ ਦੇ ਬੈਠੀਆਂ। ਉਹਨਾਂ ਨੇ ਕਿਹਾ ਕਿ ਮੈਂ ਕੁਝ ਹੋਰ ਨਹੀਂ ਕਰ ਸਕੀ, ਪਰ ਇਹ ਕੀਤਾ ਕਿ ਫੌਰੀ ਤੌਰ ਤੇ 2 ਪੱਖਿਆਂ ਦਾ ਇੰਤਜ਼ਾਮ ਕੀਤਾ ਤਾਂ ਕਿ ਘੱਟੋ ਘੱਟ ਇਹ ਤਿੰਨੋਂ ਮਾਵਾਂ ਧੀਆਂ ਇਸ ਤਪਦੀ ਗਰਮੀ ਦੇ ਵਿੱਚ ਕੁਝ ਠੰਡੀ ਹਵਾ ਦਾ ਸਕੂਨ ਲੈ ਸਕਣ। ਉਹਨਾਂ ਨੇ ਗੁਜ਼ਾਰਿਸ਼ ਕੀਤੀ ਹੋਰ ਜਥੇਬੰਦੀਆਂ ਨੂੰ, ਸਮਾਜ ਸੇਵੀ ਸੰਸਥਾਵਾਂ ਨੂੰ, ਤਾਂ ਕਿ ਉਹ ਵੀ ਆ ਕੇ ਇਹਨਾਂ ਦੀ ਮਦਦ ਕਰ ਸਕਣ। ਉਹ ਕੀ ਕਹਿ ਰਹੇ ਨੇ, ਉਹਨਾਂ ਦੀ ਵੀ ਗੱਲ ਸੁਣਦੇ ਹਾਂ। ਇਸ ਪਰਿਵਾਰ ਦੇ ਬਾਰੇ ਵਿੱਚ ਮੈਂ ਕੀ ਕਹਾਂ, ਮੈਨੂੰ ਤਾਂ ਸਮਝ ਹੀ ਨਹੀਂ ਆਉਂਦਾ ਮੈਂ ਕਿੱਥੋਂ ਸ਼ੁਰੂ ਕਰਾਂ ਤੇ ਕੀ ਕਰਾਂ। ਇਹ ਲੜਕੀ ਮੇਰੇ ਨਾਲ ਕਮਲੇਸ਼, ਇਹ ਮੇਰੇ ਨਾਲ 10ਵੀਂ ਤੱਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ 10ਵੀਂ ਕੀਤੀ ਇਹਨੇ ਮੇਰੇ ਨਾਲ। ਪੜ੍ਹਾਈ ਵਿੱਚ ਬਹੁਤ ਵਧੀਆ ਸੀ, ਸਾਰਾ ਕੁਝ ਸੀ। ਸਿਲਾਈ ਦਾ ਇਹਨੇ ਕੋਰਸ ਵੀ ਕੀਤਾ, ਨੌਕਰੀ ਵੀ ਨਿਕਲੀ, ਪਰ ਪੇਰੈਂਟਸ ਦੇ ਹਾਲਾਤ ਉਦੋਂ ਬਿਮਾਰੀ ਸੀ, ਕੀ ਸੀ ਮੈਨੂੰ ਨਹੀਂ ਪਤਾ। ਮੈਂ ਤਾਂ ਬੜੇ ਇੰਨੇ ਸਾਲਾਂ ਤੋਂ ਬਾਅਦ ਹੁਣ ਮਿਲੀਆਂ। ਹੁਣ ਘਰੇ ਆ ਕੇ ਇੱਕ ਦਿਨ ਅਚਾਨਕ ਮਿਲੇ ਤਾਂ ਰਸਤੇ ਦੇ ਵਿੱਚ ਕਹਿੰਦੇ ਵੀ ਤੁਸੀਂ ਘਰ ਆਇਓ, ਮਦਰ ਨੂੰ ਦਵਾਈ ਆਉਂਦੇ ਸੀ। ਘਰ ਆਈ, ਜਦੋਂ ਆ ਕੇ ਦੇਖਿਆ ਤੇ ਇੱਥੇ ਤਾਂ ਸਾਰਾ ਕੁਝ ਹੀ ਉਲਟ ਪੁਲਟ ਸੀਗਾ। ਤੇ ਉਸ ਵਜ੍ਹਾ ਕਰਕੇ ਬੜਾ
ਮਤਲਬ ਦਿਲ ਨੇ ਗੇੜਾ ਖਾਦਾ। ਘਰ ਦੇ ਵਿੱਚ ਕੋਈ ਪੱਖਾ ਨਹੀਂ, ਕੋਈ ਕੁਛ ਨਹੀਂ, ਜਿਹੜਾ ਹੈਗਾ ਸੀ ਉਹ ਚੱਲਦਾ ਨਹੀਂ ਸੀ। ਬਹੁਤ ਕੁਛ ਮਹਿਸੂਸ ਹੋਇਆ ਵੀ ਇਹ ਉਹੀ ਕੁੜੀ ਹੈ ਜਿਹੜੀ ਸਾਡੇ ਨਾਲ ਖੇਡਦੀ ਹੁੰਦੀ ਸੀ, ਸਾਡੇ ਨਾਲ ਪੜ੍ਹਦੀ ਹੁੰਦੀ ਸੀ, ਸਾਡੇ ਨਾਲ NCC ਕਰਦੀ ਹੁੰਦੀ ਸੀ। ਇੰਨਾ ਮਤਲਬ ਜਿਹੜੇ ਹਾਲਾਤਾਂ ਨੂੰ ਮਾੜੇ ਦੇਖ ਕੇ, ਫਾਦਰ ਦੀ ਵੀ ਡੈਥ ਹੋ ਗਈ, ਉਹਨਾਂ ਨੂੰ ਸਾਰਿਆਂ ਨੂੰ ਮਾੜੇ ਹਾਲਾਤ ਦੇਖ ਕੇ ਵਿਆਹ ਵੀ ਨਹੀਂ ਕਰਾਇਆ। ਵੈਸੇ ਵੀ ਮਤਲਬ ਜਿਹੜਾ ਹੈਗਾ ਉਹ ਪਿਸਦੀ ਹੋਈ ਚਲੀ ਗਈ ਪਰਿਵਾਰ ਵਾਸਤੇ, ਪਿਸਦੀ ਹੋਈ ਚਲੀ ਗਈ। ਅੱਜ ਲੱਗਦਾ ਮਦਦ ਕਰਨੀ ਚਾਹੀਦੀ ਹੈ ਸਰਕਾਰ ਨੂੰ ਜਾਂ ਲੋਕਾਂ ਨੂੰ? ਹਾਂਜੀ, ਮਦਦ ਜਿਹੜੀ ਹੈਗੀ ਆ ਕਰਨੀ ਚਾਹੀਦੀ ਹੈ। ਸੀਤਾ ਦੇਵੀ ਉਰਫ ਸੰਪਰਕ ਨੰਬਰ ਹੈ ਕੋਈ ਇਹਨਾਂ ਦਾ? ਸੀਤਾ ਦੇਵੀ ਇਹਦੇ ਮੰਮੀ ਜਿਹੜੇ ਨੇ ਉਰਫ ਸੀਤਾ ਬੰਤੀ, ਇਹਨਾਂ ਦੀ ਕੁੜੀ ਦਾ ਨੰਬਰ ਹੈ 9815 01822। ਕੀ ਲੱਗਦਾ ਕਿ ਲੋਕਾਂ ਨੂੰ ਸਰਕਾਰ ਨੂੰ ਬਾਂਹ ਫੜਨੀ ਚਾਹੀਦੀ ਹੈ? ਫੜਨੀ ਉਹ ਚਾਹੀਦੀ ਹੈ। ਦੇਖੋ ਜੀ, ਐਜ਼ ਹਿਊਮਨ ਬੀਇੰਗ ਸਾਨੂੰ ਇੰਨਾ ਕੁ ਤਾਂ ਕਰਨਾ ਹੀ ਚਾਹੀਦਾ ਕਿ ਜਿੰਨੀ ਕੁ ਮਦਦ ਹੋ ਸਕੇ ਸਾਰਿਆਂ ਨੂੰ। ਮੇਰੀ ਤਾਂ ਮਦਦ ਸਭ ਨੂੰ ਇਹੀ ਹੱਥ ਬੰਨ੍ਹ ਕੇ ਜਿਹੜਾ ਹੈਗਾ ਬੇਨਤੀ ਹੈ ਕਿ ਇਸ ਪਰਿਵਾਰ ਨੂੰ ਜ਼ਰੂਰ ਆ ਕੇ ਮਿਲਣ, ਜ਼ਰੂਰ ਦੇਖਣ, ਜ਼ਰੂਰ ਉਹਨਾਂ ਦੀ ਹੈਲਪ ਕਰਨ, ਸਰਕਾਰ ਵੀ ਕਰੇ। ਇਹੋ ਜਿਹੇ ਬੰਦੇ ਜਿਨ੍ਹਾਂ ਦੇ ਮਤਲਬ ਹੁਣ ਛੱਤ ਜੇ ਰਾਤ ਨੂੰ ਗਿਰ ਜਾਵੇ, ਮੀਂਹ ਕਣੀ ਜੇ ਲਗਾਤਾਰ 5-7 ਦਿਨ ਪੈ ਗਿਆ, ਮਤਲਬ ਜਿਹੜਾ ਹੈਗਾ ਕਦੇ ਇਹਨਾਂ ਨੂੰ ਪੁੱਛਦੇ ਨੇ, ਮੁਹੱਲੇ ਵਾਲੇ ਵੀ ਦੱਸਦੇ ਨੇ, ਕਹਿੰਦੇ ਅਸੀਂ ਪੁੱਛਦੇ ਹਾਂ ਵੀ ਜੇ ਬਾਈ ਚਾਂਸ ਰਾਤ ਨੂੰ ਛੱਤ ਗਿਰ ਗਈ ਤੁਹਾਨੂੰ ਡਰ ਨਹੀਂ ਲੱਗਦਾ? ਕਹਿੰਦੇ ਇੱਦੋਂ ਤੇ ਅਸੀਂ ਮਰੀ ਜਾਈਏ ਤੇ ਫਿਰ ਚੰਗਾ। ਇੱਦਾਂ ਦੇ ਹਾਲਾਤ ਨੇ। ਬਾਕੀ ਤਾਂ ਈਸ਼ਵਰ ਦੇ ਉੱਤੇ ਹੀ ਹੈ, ਜੋ ਕੁਛ ਹੈ ਉਸ ਮਾਲਕ ਦੇ, ਉਸ ਖੁਦਾ ਦੇ ਹੱਥ ਦੇ ਡੋਰੀ ਹੈ। ਕਿਸੇ ਦਿਲ ਦਿਮਾਗ ਦੇ ਵਿੱਚ ਜਿਹੜਾ ਹੈਗਾ ਅਗਰ ਪੈ ਜਾਵੇ ਤਾਂ ਕੋਈ ਬੜੀ ਗੱਲ ਨਹੀਂ ਹੈ। ਬਾਕੀ ਸਾਡੀ ਇੱਥੇ ਦੀ ਮਤਲਬ ਜਿਹੜਾ ਹੈਗਾ ਪ੍ਰਸ਼ਾਸਨ, ਉਹਨਾਂ ਨੂੰ ਵੀ ਜਿਹੜਾ ਹੈਗਾ ਮੇਰੀ ਤਾਂ ਹੱਥ ਬੰਨ੍ਹ ਕੇ ਅਪੀਲ ਹੈ। ਇੱਥੋਂ ਦੇ ਜਿਹੜੇ ਬਾਕੀ ਦੇ ਵੀ ਮੋਹਤਬਰ ਬੰਦੇ ਨੇ ਉਹਨਾਂ ਨੂੰ ਵੀ, ਤੇ ਬਾਕੀ ਸਮਾਜ ਸੇਵੀ ਵੀ ਨੇ, ਜਿਹੜੀਆਂ ਸਮਾਜ ਸੇਵਾ ਦੀਆਂ ਸੰਸਥਾ ਨੇ, ਉਹਨਾਂ ਨੂੰ ਵੀ ਮੇਰੀ ਤਾਂ ਇਹੀ ਬੇਨਤੀ ਹੈ ਕਿ ਇਸ ਪਰਿਵਾਰ ਦੀ ਜ਼ਰੂਰ ਜਿਹੜਾ ਹੈਗਾ ਪਤਾ ਕਰੋ। ਸੋ ਅਜੇ ਵੀ ਜਦੋਂ ਘਰ ਘਰ ਰੁਜ਼ਗਾਰ ਦੇਣ ਦੀ ਗੱਲ ਕੀਤੀ ਜਾਂਦੀ ਆ, ਜਦੋਂ ਖਾਸ ਤੌਰ ਤੇ ਔਰਤਾਂ ਦੇ ਸਸ਼ਕਤੀਕਰਨ ਦੀ ਗੱਲ ਕੀਤੀ ਜਾਂਦੀ ਆ, ਉੱਥੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਔਰਤਾਂ ਜਿਉ ਰਹੀਆਂ ਨੇ। ਔਰਤ ਦੀ ਸੁਰੱਖਿਆ ਤਾਂ ਬਹੁਤ ਬਾਅਦ ਦੀ ਗੱਲ ਹੋ ਜਾਂਦੀ ਆ। ਉਸ ਤੋਂ ਪਹਿਲਾਂ ਔਰਤ ਦੇ ਆਪਣੇ ਪੈਰਾਂ ਦੇ ਉੱਤੇ ਖੜੇ ਹੋਣਾ ਔਰ ਇਹਦੇ ਵਿੱਚ ਸਰਕਾਰਾਂ ਕੀ ਮਦਦ ਕਰ ਸਕਦੀਆਂ ਨੇ, ਇਹ ਬਹੁਤੇ ਵੱਡੇ ਸਵਾਲ ਨੇ। ਪਰ ਇਸ ਦੇ ਬਾਵਜੂਦ ਕੁਝ ਲੋਕ ਹੁੰਦੇ ਨੇ ਐਸੇ ਜਿਹੜੇ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰੀਕੇ ਦੇ ਹਾਲਾਤਾਂ ਦਾ ਸਾਹਮਣਾ ਕਰਦੇ ਨੇ ਔਰ ਜ਼ਿੰਦਗੀ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖਦੇ ਨੇ। ਸੋ ਇੱਦਾਂ ਦੀ ਹੀ ਉਦਾਹਰਨ ਜਿਹੜੀ ਆ ਇਸ 3 ਔਰਤਾਂ ਦੇ ਪਰਿਵਾਰ ਦੇ ਵਿੱਚੋਂ ਦੇਖਣ ਨੂੰ ਮਿਲਦੀ ਆ। ਖਾਸ ਤੌਰ ਤੇ ਜੇ ਕਮਲੇਸ਼ ਦੀ ਕੁਰਬਾਨੀ ਦੀ ਗੱਲ ਕੀਤੀ ਜਾਵੇ ਤੇ ਬੇਹੱਦ ਵੱਡੀ ਕੁਰਬਾਨੀ ਹੈ। ਸੋ ਔਨ ਏਅਰ ਦੇ ਜ਼ਰੀਏ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਇਸ ਪਰਿਵਾਰ ਨੂੰ ਮਲੇਰਕੋਟਲਾ ਦੇ ਵਿੱਚ ਜ਼ਰੂਰ ਮਿਲਿਆ ਜਾਵੇ ਔਰ ਜੇ ਹੋ ਸਕੇ ਤਾਂ ਜ਼ਰੂਰ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਜ਼ਿੰਦਗੀ ਦਾ ਅਸਲ ਮਕਸਦ ਆਪਣਾ ਘਰ ਔਰ ਸਕੂਨ ਦੀ ਜਿਹੜੀ ਨੀਂਦ ਕਿਵੇਂ ਦੀ ਹੁੰਦੀ ਆ, ਇਹ 3 ਔਰਤਾਂ ਦਾ ਪਰਿਵਾਰ ਵੀ ਦੇਖ ਸਕੇ। ਦੇਖਦੇ ਰਹੋ ਔਨ ਏਅਰ। ਫਿਲਹਾਲ ਦਿਓ ਇਜਾਜ਼ਤ। ਸ਼ੁਕਰੀਆ।